सत श्री अकाल। तुसीं देख रहे हो द पंजाब टीवी ते मैं हाँ जज सिंह चाहल। नित दिन वधदी महंगाई ने जिथे आम लोगों का ਲੱਕ ਤੋੜ ਕੇ ਰੱਖ ਦਿੱਤਾ ਹੈ, ਉਧਰ ਦੂਜੇ ਪਾਸੇ ਹੁਣ ਦੇਸ਼ ਦੇ ਵਿੱਚ ਮੁੱਖ ਵਿਰੋਧੀ ਪਾਰਟੀ ਕਾਂਗਰਸ ਵੀ ਹੁਣ ਹੋਸ਼ ਦੇ ਵਿੱਚ ਆਉਂਦੀ ਦਿਖਾਈ ਦਿੰਦੀ ਹੈ। ਬੀਤੇ ਦਿਨੀ ਕਾਂਗਰਸ ਪਾਰਟੀ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਅਸੀਂ ਮਹਿੰਗਾਈ ਮੁਕਤ ਭਾਰਤ ਅਭਿਆਨ ਦਾ ਆਗਾਜ਼ ਪੂਰੇ ਭਾਰਤ ਦੇ ਵਿੱਚ ਕਰਾਂਗੇ ਅਤੇ ਅੱਜ ਕਾਂਗਰਸ ਪਾਰਟੀ ਦੇ ਵੱਲੋਂ ਉਸ ਅਭਿਆਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਪੂਰੇ ਭਾਰਤ ਦੇ ਵਿੱਚ ਕਾਂਗਰਸ ਨੇ ਬੜੇ ਜ਼ਬਰਦਸਤ ਤਰੀਕੇ ਨਾਲ ਰੋਸ ਪ੍ਰਦਰਸ਼ਨ ਮਹਿੰਗਾਈ ਦੇ खिलाफ ਅਤੇ ਮੋਦੀ ਸਰਕਾਰ ਦੇ ਖਿਲਾਫ ਕੀਤੇ ਨੇ। ਦਿੱਲੀ ਦੇ ਵਿੱਚ ਰੋਸ ਪ੍ਰਦਰਸ਼ਨ ਦੀ ਅਗਵਾਈ ਕੀਤੀ ਗਈ ਰਾਹੁਲ ਗਾਂਧੀ ਦੇ ਵੱਲੋਂ, ਜਿੱਥੇ ਪੰਜਾਬ ਦੇ ਸੰਸਦ ਮੈਂਬਰਾਂ ਦੇ ਵੱਲੋਂ ਵੀ ਹਾਜ਼ਰੀ ਭਰੀ ਗਈ ਅਤੇ ਪੰਜਾਬ ਦੇ ਵਿੱਚ ਰੋਸ ਪ੍ਰਦਰਸ਼ਨ ਦੀ ਅਗਵਾਈ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕੀਤੀ ਗਈ ਹੈ। ਨਵਜੋਤ ਸਿੰਘ ਸਿੱਧੂ ਕਿਵੇਂ ਗਰਜੇ ਨੇ ਗੁੱਸੇ ਦੇ ਵਿੱਚ ਤੁਹਾਨੂੰ ਉਹ ਵੀ ਸੁਣਾਵਾਂਗੇ, ਪਰ ਸਭ ਤੋਂ ਪਹਿਲਾਂ ਤੁਹਾਨੂੰ ਰਾਹੁਲ ਗਾਂਧੀ ਦਾ ਬਿਆਨ ਸੁਣਾ ਦਿੰਨੇ ਆ, ਜਿਹੜੇ ਕਿ कह रहे ने कि मैं तुहानू पहला ही कहा सी कि टैंकियां फुल करवा लो। पिछले 10 दिन में 9 बार पेट्रोल और डीजल के प्राइसेस बढ़ाए गए हैं और इसकी चोट डायरेक्टली सबसे गरीब मिडिल क्लास लोगों को पड़ती है। हमारी मांग है कि ये जो प्राइसेस बढ़ती जा रही हैं, महंगाई बढ़ती जा रही है और जो पेट्रोल और डीजल के दाम बढ़ते जा रहे हैं, इनको सरकार कंट्रोल करे और पेट्रोल और डीजल के दाम बढ़ाना बंद करे। तो इसलिए हम सब यहाँ आए हैं। पूरे देश में हमारा प्रोटेस्ट चलेगा, काफ़ी दिनों के लिए चलेगा। नहीं देखिए, वो तो सब लोग जानते हैं, गैस सिलेंडर की प्राइस डबल हो गई है। 102 रुपये है पेट्रोल का दाम आज दिल्ली में। ये तो हिस्ट्री में कभी नहीं हुआ है इस लेवल की प्राइसेस। और सरकार का बड़ी सिंपल सोच है कि जितना भी पैसा गरीबों से निकाला जा सकता है उसको निकालो और 2 3 4 बड़े उद्योगपतियों के हाथ कर दो। तो यही बेसिकली प्रोसेस यही चल रहा है। फायदा किसको हो रहा है? फायदा जो सबसे बड़े अरबपति हैं 2-3 उनको हो रहा है, और नुकसान किसका है? नुकसान गरीबों का है, मिडिल क्लास का है और जो आम जनता है उनका है। ऑब्वियसली चुनाव से पहले ये नहीं कर सकते। मैंने उस टाइम भी कहा था कि चुनाव के समय मैंने कहा था, देश की जनता से कहा था, पेट्रोल डीजल भर लो, अभी भर लो, क्योंकि बाद में मुसीबत आई। दरअसल जदों 5 विधान सभा सूबिਆਂ ਦੇ ਵਿੱਚ ਚੋਣਾਂ ਚੱਲ ਰਹੀਆਂ ਸਨ, ਉਦੋਂ ਰਾਹੁਲ ਗਾਂਧੀ ਲਗਾਤਾਰ ਪੂਰੇ ਭਾਰਤ ਦੇ ਲੋਕਾਂ ਨੂੰ ਇਹ ਅਪੀਲ ਕਰ ਰਹੇ ਸਨ ਕਿ ਹੁਣ ਚੋਣਾਂ ਚੱਲਦੀਆਂ ਨੇ, ਮੋਦੀ ਸਰਕਾਰ ਨੇ ਤੇਲ ਦੇ ਰੇਟ ਨਹੀਂ ਵਧਾਉਣੇ, ਇਦਾਂ ਕਰੋ ਕਿ ਤੁਸੀਂ ਹੁਣੇ ਹੀ ਆਪਣੀਆਂ ਟੈਂਕੀਆਂ ਫੁੱਲ ਕਰਵਾ ਲਓ, ਪੈਟਰੋਲ ਅਤੇ ਡੀਜ਼ਲ ਆਪਣੀਆਂ ਗੱਡੀਆਂ ਦੇ ਵਿੱਚ ਪਵਾ ਲਓ, ਕਿਉਂਕਿ ਮੋਦੀ ਸਰਕਾਰ ਉਨੀ ਦੇਰ ਤੱਕ ਹੀ ਰੁਕਦੀ ਹੈ ਜਿੰਨੀ ਦੇਰ ਤੱਕ ਚੋਣਾਂ ਹੁੰਦੀਆਂ ਨੇ। ਜਿਉਂ ਹੀ ਚੋਣਾਂ ਖਤਮ ਹੋਈਆਂ, ਇਹਨਾਂ ਨੇ ਤੁਹਾਡਾ ਜਿਉਣਾ ਮੁਸ਼ਕਿਲ ਕਰ ਦੇਣਾ ਹੈ ਅਤੇ ਹੋਇਆ ਵੀ ਇੰਜ ਹੀ। ਜਿਉਂ ਹੀ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਲੰਘੀਆਂ, ਉਸੇ ਵੇਲੇ ਹੀ ਤੇਲ ਕੰਪਨੀਆਂ ਦੇ ਵੱਲੋਂ ਰੋਜ਼ਾਨਾ ਪੱਧਰ ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾਈਆਂ ਜਾਣ ਲੱਗ ਪਈਆਂ। ਅੰਮ੍ਰਿਤਸਰ ਦੇ ਵਿੱਚ ਪੰਜਾਬ ਕਾਂਗਰਸ ਦੇ ਵੱਲੋਂ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦੇ ਵਿੱਚ ਓਪੀ ਸੋਨੀ, ਹਰਮਿੰਦਰ ਸਿੰਘ ਗਿੱਲ, ਨਵਜੋਤ ਸਿੰਘ ਸਿੱਧੂ ਦੀ ਅਗਵਾਈ ਦੇ ਵਿੱਚ ਇਕੱਠੇ ਹੋਏ। ਇਸ ਮੌਕੇ ਬੋਲਦਿਆਂ ਨਵਜੋਤ ਸਿੰਘ ਸਿੱਧੂ ਨੇ ਸਾਰਿਆਂ ਨੂੰ ਹੀ ਲਪੇਟੇ ਦੇ ਵਿੱਚ ਲੈ ਲਿਆ। ਕੇਂਦਰ ਸਰਕਾਰ ਦੇ ਨਾਲ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਵੀ ਲਪੇਟੇ ਦੇ ਵਿੱਚ ਲੈਂਦੇ ਨਵਜੋਤ ਸਿੰਘ ਸਿੱਧੂ ਇੱਥੇ ਦਿਖਾਈ ਦਿੱਤੇ। ਜੇ ਅਮੀਰ ਦੀ ਬੱਕਰੀ ਮਰਦੀ ਹੈ ਤੇ ਸਾਰਾ ਪਿੰਡ ਜਾਂਦਾ, ਗਰੀਬ ਦੀ ਅਗਰ ਇੱਜ਼ਤ ਲੁੱਟਦੀ ਹੈ ਤੇ ਕੋਈ ਨਹੀਂ ਜਾਂਦਾ। ਇਹ ਗਰੀਬ ਦੀ ਇੱਜ਼ਤ ਦੀ ਰੋਟੀ ਦੀ ਲੜਾਈ ਲੜ ਰਹੀ ਹੈ ਕਾਂਗਰਸ। ਔਰ ਅੱਜ ਮੈਂ ਟੰਕੇ ਦੀ ਚੋਟ ਦੇ ਉੱਤੇ ਕਹਿਣਾ ਕਿ ਗੁਰੂ ਸਾਹਿਬਾਨਾਂ ਦਾ ਉਹ ਵਾਕ ਜ਼ੁਲਮ ਕਰਨਾ ਅਗਰ ਪਾਪ ਹੈ ਤੇ ਜ਼ੁਲਮ ਸਹਿਣਾ ਉਦੋਂ ਵੱਡਾ ਪਾਪ ਹੈ। ਇਹ ਸਮਝ ਲਓ ਕਿ ਇਹ ਇਨਫਲੇਸ਼ਨ ਕਿਸੇ ਅਮੀਰ ਨੂੰ 5% ਹਿੰਦੁਸਤਾਨੀਆਂ ਨੂੰ ਅਫੈਕਟ ਨਹੀਂ ਕਰਦੀ, ਇਹ ਗਰੀਬ ਨੂੰ ਅਫੈਕਟ ਕਰਦੀ ਹੈ। ਜਿਹਦੀ ਤਨਖਾਹ ਦੇ ਵਿੱਚ ਪਹਿਲਾਂ 10 ਗੁਣਾ ਸਮਾਨ ਆਉਂਦਾ, ਹੁਣ 3 ਗੁਣਾ ਨਹੀਂ ਆਉਂਦਾ। ਗਰੀਬ ਦੀ ਦਿਹਾੜੀ ਦੇ ਵਿੱਚ ਜੋ ਰੋਜ਼ ਰੋਟੀ ਖਾਣ ਲਈ ਖਰੀਦਦਾ ਸੀਗਾ, ਉਹਦੇ ਨਾਲੋਂ 4 ਗੁਣਾ ਕੀਮਤਾਂ ਵੱਧ ਗਈਆਂ। ਦਾਲ ਰੋਟੀ ਤੋਂ ਗਿਆ ਗਰੀਬ। ਚੰਡੀਗੜ੍ਹ ਖੋਹ ਲਿਆ ਸਾਡੇ ਤੋਂ, ਚੰਡੀਗੜ੍ਹ ਦੇ ਅਧਿਕਾਰ ਖੋਲੇ ਸਾਡੇ ਤੋਂ, ਅਫਸਰ ਉੱਥੇ ਹੋਰ ਲਾਤੇ। ਸਮਝੇ ਨਹੀਂ? ਕੋਈ ਚੀਜ਼ ਗਰੀਬ ਦੀ ਦਿਸ਼ਾ 'ਚ ਨਹੀਂ ਤੁਰਦੀ।
ਕੋਈ ਚੀਜ਼ ਆਮ ਆਦਮੀ ਦੇ ਵੱਲ ਨਹੀਂ ਤੁਰਦੀ ਤੇ ਆਹ ਨਵੀਂ ਸਰਕਾਰ ਆਈ ਹੈ ਇਹ ਐਮਪੀਆਂ ਦੇ ਹੀ ਸੌਦੇ ਕਰਨ ਲੱਗੇ, ਹੋਰਾਂ ਦੀ ਤਾਂ ਗੱਲ ਹੀ ਛੱਡੋ, ਇਹ ਤੇ ਐਮਪੀਆਂ ਦੀ ਬੋਲੀ ਲਾਉਣ ਲੱਗੇ। ਤੇ ਦੱਸੋ ਇਹਨਾਂ 'ਚ ਸ਼ਹੀਦ ਭਗਤ ਸਿੰਘ ਔਰ ਅੰਬੇਡਕਰ ਸਾਹਿਬ ਸੰਵਿਧਾਨ ਦੀ ਰਚਨਾ ਕਰਨ ਵਾਲੇ, ਜ਼ਾਤ ਪਾਤ ਤੋਂ ਹਿੰਦੁਸਤਾਨ ਨੂੰ ਉੱਚਾ ਚੱਕਣ ਵਾਲੇ, ਉਹਨਾਂ ਦੀ ਵਿਚਾਰਧਾਰਾ ਤੇ ਚੁਣਨ ਵਾਲਾ ਕਿਹੜਾ? ਨਵਜੋਤ ਸਿੰਘ ਸਿੱਧੂ ਦੀ ਭਾਸ਼ਾ ਤੋਂ ਹੀ ਹਿਸਾਬ ਲਾਇਆ ਜਾ ਸਕਦਾ ਹੈ ਕਿ ਇਸ ਰੋਸ ਪ੍ਰਦਰਸ਼ਨ ਤੋਂ ਬਾਅਦ ਉਹ ਕਿੰਨੇ ਜ਼ਿਆਦਾ ਗੁੱਸੇ ਦੇ ਵਿੱਚ ਦਿਖਾਈ ਦੇ ਰਹੇ ਨੇ। ਦਿੱਲੀ ਦੇ ਵਿੱਚ ਰੋਸ ਪ੍ਰਦਰਸ਼ਨ ਹੋਇਆ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ, ਉੱਥੇ ਪੰਜਾਬ ਦੇ ਸੰਸਦ ਮੈਂਬਰ ਵੀ ਮੌਜੂਦ ਸਨ। ਰਵਨੀਤ ਬਿੱਟੂ ਨੇ ਇਸ ਮੌਕੇ ਪੂਰੇ ਭਾਰਤ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸੰਭਲ ਜਾਓ, ਸਮਝ ਜਾਓ, ਤੁਹਾਨੂੰ ਭਾਰਤੀ ਜਨਤਾ ਪਾਰਟੀ ਦੀ ਸਮਝ ਕਿਉਂ ਨਹੀਂ ਲੱਗਦੀ ਹੈ। ਪੂਰੇ ਭਾਰਤ ਦੇ ਲੋਕਾਂ ਨੂੰ ਉਹਨਾਂ ਨੇ ਕਿਹਾ ਕਿ ਤੁਹਾਨੂੰ ਇਹ ਗੱਲ ਸਮਝ ਜਾਣੀ ਚਾਹੀਦੀ ਹੈ ਕਿ ਲੋਕਾਂ ਦਾ ਜਿਉਣਾ ਔਖਾ ਕਰ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਨੇ। ਪਰ ਜਦੋਂ ਵੋਟਾਂ ਆਉਂਦੀਆਂ ਨੇ ਇਹ ਧਰਮ ਦੇ ਨਾਂ ਤੇ ਵੰਡ ਦਿੰਦੇ ਨੇ, ਜਾਤਾਂ ਦੇ ਨਾਂ ਤੇ ਵੰਡ ਦਿੰਦੇ ਨੇ ਅਤੇ ਲੋਕ ਵੰਡੇ ਵੀ ਜਾਂਦੇ ਨੇ, ਫਿਰ ਬੀਜੇਪੀ ਨੂੰ ਹੀ ਵੋਟਾਂ ਪਾ ਦਿੰਦੇ ਨੇ। ਲੋਕਾਂ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਉਹਨਾਂ ਦਾ ਫਾਇਦਾ ਕਿਸ ਚੀਜ਼ ਦੇ ਵਿੱਚ ਹੈ ਅਤੇ ਨੁਕਸਾਨ ਕਿਸ ਚੀਜ਼ ਦੇ ਵਿੱਚ ਹੈ। ਇਸ ਤਰ੍ਹਾਂ ਲੋਕਾਂ ਨੂੰ ਹੀ ਅਪੀਲਾਂ ਕਰਦੇ ਇੱਥੇ ਰਵਨੀਤ ਸਿੰਘ ਬਿੱਟੂ ਦਿਖਾਈ ਦਿੱਤੇ। ਇਹ ਤਾਂ ਹੋ ਗਏ ਵਿਰੋਧ ਕਰਨ ਵਾਲੇ ਲੋਕ, ਪਰ ਸੱਤਾ ਧਿਰ ਕੀ ਕਹਿੰਦੀ ਹੈ, ਭਾਰਤੀ ਜਨਤਾ ਪਾਰਟੀ ਦਾ ਕੀ ਕਹਿਣਾ ਹੈ? ਜਿਹੜੀ ਨੈਸ਼ਨਲ ਲੈਵਲ ਦੀ ਭਾਰਤੀ ਜਨਤਾ ਪਾਰਟੀ ਹੈ ਉਹ ਤਾਂ ਲਗਾਤਾਰ ਕਹਿ ਰਹੀ ਹੈ ਕਿ ਮਹਿੰਗਾਈ ਇੰਨਾ ਵੱਡਾ ਮੁੱਦਾ ਨਹੀਂ ਹੈ, ਕਿਉਂਕਿ ਯੂਕਰੇਨ ਅਤੇ ਰਸ਼ੀਆ ਦੇ ਵਿੱਚ ਜੰਗ ਚੱਲ ਰਹੀ ਹੈ, ਇਸ ਕਰਕੇ ਤੇਲ ਕੰਪਨੀਆਂ ਨੇ ਰੇਟ ਵਧਾ ਦਿੱਤੇ ਨੇ, ਸਾਡਾ ਇਸ ਦੇ ਵਿੱਚ ਕੋਈ ਵੀ ਹੱਥ ਨਹੀਂ ਹੈ। ਪਰ ਪੰਜਾਬ ਭਾਜਪਾ ਦੀ ਜੇਕਰ ਗੱਲ ਕਰੀਏ ਤਾਂ ਉਹ ਵੀ ਪੂਰੀ ਤਰ੍ਹਾਂ ਕੇਂਦਰ ਸਰਕਾਰ ਦੇ ਪੱਖ ਵਿੱਚ ਖੜ ਗਏ ਨੇ। ਹਰਜੀਤ ਸਿੰਘ ਗਰੇਵਾਲ ਤੋਂ ਇੱਕ ਨਿੱਜੀ ਚੈਨਲ ਨੇ ਪੁੱਛਿਆ ਕੀ ਬਣ ਰਿਹਾ ਹੈ, ਇਹ ਕੀ ਹੋ ਰਿਹਾ ਹੈ, ਤਾਂ ਹਰਜੀਤ ਗਰੇਵਾਲ ਕਹਿੰਦੇ ਨੇ ਕਿ ਯੂਕਰੇਨ ਅਤੇ ਰਸ਼ੀਆ ਵਿਚਾਲੇ ਜੰਗ ਚੱਲ ਰਹੀ ਹੈ, ਉਸ ਕਰਕੇ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵੱਧ ਗਈਆਂ ਨੇ, ਇਸੇ ਕਰਕੇ ਭਾਰਤ ਦੇ ਵਿੱਚ ਵੀ ਪੈਟਰੋਲ ਅਤੇ ਡੀਜ਼ਲ ਦੇ ਰੇਟ ਵੱਧ ਗਏ ਨੇ। ਕੋਈ ਗੱਲ ਨਹੀਂ, ਕੇਂਦਰ ਸਰਕਾਰ ਨੂੰ ਸਾਰਿਆਂ ਦੀ ਫਿਕਰ ਹੈ, ਮਹਿੰਗਾਈ ਨੂੰ ਕੰਟਰੋਲ ਦੇ ਵਿੱਚ ਕਰ ਲਿਆ ਜਾਵੇਗਾ। ਪੁੱਛਿਆ ਗਿਆ ਪਹਿਲਾਂ ਤਾਂ ਨਹੀਂ ਜੰਗ ਚੱਲਦੀ ਸੀ, ਪਹਿਲਾਂ ਵੀ ਰੇਟ ਵਧਾਈ ਜਾ ਰਹੀ ਸੀ, ਸਰਕਾਰ ਕਹਿੰਦੇ ਪਹਿਲਾਂ ਕੋਈ ਕਾਰਨ ਹੋਰ ਹੁੰਦਾ ਸੀ, ਸਮੇਂ-ਸਮੇਂ ਤੇ ਕਾਰਨ ਬਦਲਦੇ ਰਹਿੰਦੇ ਨੇ ਅਤੇ ਹੁਣ ਕਾਰਨ ਹੈ ਯੂਕਰੇਨ ਅਤੇ ਰਸ਼ੀਆ ਵਿਚਾਲੇ ਜੰਗ ਚੱਲ ਰਹੀ ਹੈ। ਮੋਦੀ ਸਰਕਾਰ ਨੂੰ ਲੋਕਾਂ ਦੀ ਫਿਕਰ ਹੈ, ਘਬਰਾਓ ਨਾ, ਮਹਿੰਗਾਈ ਤੇ ਕੰਟਰੋਲ ਕਰ ਲਿਆ ਜਾਵੇਗਾ। ਭਾਰਤੀ ਜਨਤਾ ਪਾਰਟੀ ਨੂੰ ਸਾਰਿਆਂ ਦੀ ਫਿਕਰ ਹੈ, ਇਸੇ ਕਰਕੇ ਹੀ ਲੋਕ ਵੀ ਬੀਜੇਪੀ ਨੂੰ ਪਸੰਦ ਕਰਦੇ ਨੇ ਅਤੇ ਸਾਡੀਆਂ ਸਰਕਾਰਾਂ ਵੀ ਲਗਾਤਾਰ ਇਸੇ ਕਰਕੇ ਹੀ ਬਣ ਰਹੀਆਂ ਨੇ। ਉਹਨਾਂ ਤੋਂ ਪੁੱਛਿਆ ਗਿਆ ਚੋਣਾਂ ਆ ਰਹੀਆਂ ਨੇ, ਹੋਰ ਸੂਬਿਆਂ ਦੇ ਵਿੱਚ ਤੁਹਾਡਾ ਨੁਕਸਾਨ ਹੋ ਸਕਦਾ ਹੈ ਮਹਿੰਗਾਈ ਦੇ ਮੁੱਦੇ ਕਰਕੇ। ਹਰਜੀਤ ਗਰੇਵਾਲ ਕਹਿੰਦੇ ਨੇ ਕਿ ਅਸੀਂ ਕੰਟਰੋਲ ਹੀ ਕਰ ਲੈਣਾ ਹੈ, ਸਾਡਾ ਨੁਕਸਾਨ ਚੋਣਾਂ ਦੇ ਵਿੱਚ ਨਹੀਂ ਹੋਣਾ ਏ। ਹੁਣ ਇਹ 5 ਸੂਬਿਆਂ ਦੇ ਵਿੱਚ ਚੋਣਾਂ ਹੋ ਕੇ ਹਟੀਆਂ ਨੇ, ਅਸੀਂ 4 ਜਿੱਤ ਗਏ ਆ, ਪੰਜਾਬ ਦੇ ਵਿੱਚ ਸਾਡੇ ਫਿਰ 2 ਐਮਐਲਏ ਜਿੱਤ ਗਏ ਨੇ, ਸਾਨੂੰ ਹੋਰ ਕੀ ਚਾਹੀਦਾ ਹੈ। ਲੋਕ ਭਾਰਤੀ ਜਨਤਾ ਪਾਰਟੀ ਨੂੰ ਪਸੰਦ ਕਰਦੇ ਨੇ, ਇਸ ਕਰਕੇ ਚੋਣਾਂ ਤੇ ਕੋਈ ਵੀ ਅਸਰ ਨਹੀਂ ਪਵੇਗਾ ਅਤੇ ਭਾਰਤੀ ਜਨਤਾ ਪਾਰਟੀ ਚੋਣਾਂ ਜਿੱਤ ਹੀ ਜਾਵੇਗੀ। ਇਹ ਦਾਅਵਾ ਹਰਜੀਤ ਗਰੇਵਾਲ ਦੇ ਵੱਲੋਂ ਇੱਥੇ ਕਰ ਦਿੱਤਾ ਗਿਆ ਹੈ। ਪਰ ਲਗਾਤਾਰ ਵੱਧਦੀ ਮਹਿੰਗਾਈ ਨੇ ਲੋਕਾਂ ਦਾ ਜਿਉਣਾ ਮੁਸ਼ਕਿਲ ਕਰ ਦਿੱਤਾ ਹੈ। ਪੈਟਰੋਲ ਅਤੇ ਡੀਜ਼ਲ ਦੇ ਰੇਟ ਅੱਜ ਫਿਰ 80 ਪੈਸੇ ਵੱਧ ਗਏ ਨੇ। ਪਿਛਲੇ 10 ਦਿਨਾਂ ਦੇ ਵਿੱਚ 9 ਦਿਨ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧੀਆਂ ਨੇ। ਟੋਲ ਪਲਾਜ਼ਿਆਂ ਦੇ ਰੇਟਾਂ ਦੇ ਵਿੱਚ ਵੀ ਭਾਰੀ ਵਾਧਾ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਲੋਕ ਹੁਣ ਭਾਰਤੀ ਜਨਤਾ ਪਾਰਟੀ ਤੋਂ ਪੁੱਛ ਰਹੇ ਨੇ ਕਿ ਕਿੱਥੇ ਗਿਆ ਤੁਹਾਡਾ ਉਹ ਚੋਣਾਂ ਤੋਂ ਪਹਿਲਾਂ ਵਾਲਾ ਨਾਰਾ, ਬਹੁਤ ਹੋਈ ਮਹਿੰਗਾਈ ਕੀ ਮਾਰ, ਅਬ ਕੀ ਬਾਰ ਮੋਦੀ ਸਰਕਾਰ। ਪਰ ਬੀਜੇਪੀ ਕਹਿੰਦੀ ਹੈ ਕੋਈ ਗੱਲ ਨਹੀਂ, ਮਹਿੰਗਾਈ ਤੇ ਕੰਟਰੋਲ ਕਰ ਲਵਾਂਗੇ। ਇੱਥੇ ਇੱਕ ਸਵਾਲ ਅਸੀਂ ਤੁਹਾਡੇ ਕੋਲੋਂ ਪੁੱਛ ਲੈਣਾ ਚਾਹੁੰਦੇ ਹਾਂ, ਤੁਹਾਨੂੰ ਕੀ ਲੱਗਦਾ ਹੈ ਕਿ ਕੀ ਸੱਚਮੁੱਚ ਹੀ ਭਾਰਤੀ ਜਨਤਾ ਪਾਰਟੀ ਦੀ ਮੋਦੀ ਸਰਕਾਰ ਮਹਿੰਗਾਈ ਤੇ ਕੰਟਰੋਲ ਕਰ ਲਵੇਗੀ ਕਿ ਜਾਂ ਫਿਰ ਵੈਸੇ ਹੀ ਲੋਕਾਂ ਨੂੰ ਸ਼ਾਂਤ ਕਰਨ ਲਈ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ? ਤੁਹਾਨੂੰ ਕੀ ਲੱਗਦਾ ਹੈ? ਜੋ ਵੀ ਤੁਹਾਨੂੰ ਲੱਗਦਾ ਹੈ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ। ਜੇਕਰ ਇਸੇ ਤਰ੍ਹਾਂ ਹੀ ਹਰ ਖਬਰ ਨੂੰ ਨਿਰਪੱਖਤਾ ਨਾਲ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ YouTube ਤੇ ਦਾ ਪੰਜਾਬ ਟੀਵੀ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, Facebook ਤੇ ਪੇਜ ਲਾਈਕ ਕਰ ਲਓ। ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫਿਰ ਹਾਜ਼ਰ ਹੋਵਾਂਗਾ। ਤੁਸੀਂ ਦੇਖਦੇ ਰਹੋ ਦਾ ਪੰਜਾਬ ਟੀਵੀ, ਹਰ ਖਬਰ ਦਾ ਸੱਚ